ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਬਠਿੰਡਾ ਪਹੁੰਚੇ ਅਤੇ ਉਹਨਾਂ ਨੇ ਪ੍ਰੈਸ ਵਾਰਤਾ ਕੀਤੀ, ਜਿਸ ਵਿੱਚ ਉਹਨਾਂ ਨੇ ਮੌਜੂਦਾ ਕਾਂਗਰਸ ਸਰਕਾਰ ਅਤੇ ਅਕਾਲੀ ਦਲ ਤੇ ਤਿੱਖੇ ਸ਼ਬਦੀ ਹਮਲਾ ਕੀਤਾ। ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਪੂਰੀ ਦੁਨੀਆ ਦੇ ਵਿੱਚ ਹੈ, ਉਹ ਕਿਸੇ ਖਿੱਤੇ 'ਚ ਜਾਂ ਕਿਸੇ ਖਾਸ ਜਾਤੀ ਧਰਮ ਨਾਲ ਸੰਬੰਧਿਤ ਨਹੀਂ ਹੈ। ਸੋ ਕਰੋਨਾ ਮਹਾਮਾਰੀ ਸਾਰੀ ਦੁਨੀਆ 'ਚ ਹੈ। ਇੰਡੀਆ ਤੀਜੇ ਨੰਬਰ 'ਤੇ ਹੈ ਫਿਲਹਾਲ, ਪਰ ਜਿਹੜੇ ਹਿਸਾਬ ਨਾਲ ਵੱਧ ਰਿਹਾ ਤਾਂ ਆਪਾਂ ਇਹਦੇ ਵਿੱਚ ਕੋਈ ਦੂਜੇ ਨੰਬਰ 'ਤੇ ਜਾਂ ਪਹਿਲੇ ਨੰਬਰ 'ਤੇ ਆਉਣ ਨਾਲ ਕੋਈ ਆਪਣਾ ਕੋਈ ਮਾਣ ਵਧਣਾ ਨਹੀਂ। ਪਰ ਕਰੋਨਾ ਦੀ ਆੜ ਦੇ ਵਿੱਚ ਇੰਡੀਆ ਗੌਰਮੈਂਟ ਤੇ ਪੰਜਾਬ ਗੌਰਮੈਂਟ ਜੋ ਫੈਸਲੇ ਲੈ ਰਹੀ ਹੈ ਉਹ ਗਲਤ ਨੇ। ਕੀ ਲੋੜ ਪਈ ਸੀਗੀ ਮੋਦੀ ਸਾਹਿਬ ਨੂੰ ਖੇਤੀ ਦਾ ਆਰਡੀਨੈਂਸ ਲੈ ਕੇ ਆਉਣ ਦੀ? ਇੱਕ ਪਾਸੇ ਕਰੋਨਾ ਦੀ ਲੜਾਈ ਚੱਲ ਰਹੀ ਹੈ, ਖੇਤੀ ਦਾ ਆਰਡੀਨੈਂਸ ਆ ਗਿਆ, ਗਲਤ ਹੈ। ਖੇਤੀ ਨੂੰ ਪ੍ਰਾਈਵੇਟ ਕਰ ਦੋਗੇ ਤੁਸੀਂ, ਨੋਟੀਫਿਕੇਸ਼ਨ ਵੀ ਜਾਰੀ ਕਰਤੇ। ਆਲ ਪਾਰਟੀ ਮੀਟਿੰਗ ਦੇ ਵਿੱਚ ਅਸੀਂ ਵਿਰੋਧ ਵੀ ਕੀਤਾ, ਕੈਪਟਨ ਅਮਰਿੰਦਰ ਸਿੰਘ ਜੀ ਨੂੰ, ਮੁੱਖ ਮੰਤਰੀ ਸਾਹਿਬ ਨੂੰ ਇਹ ਕਿਹਾ ਵੀ ਕਿ ਤੁਸੀਂ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਪ੍ਰਸਤਾਵ ਨੂੰ ਰੱਦ ਕਰੋ। ਪਰ ਪੰਜਾਬ ਸਰਕਾਰ ਕਰੋਨਾ ਦੀ ਮਹਾਮਾਰੀ ਦੇ ਅੰਦਰ, ਤੁਸੀਂ ਬਠਿੰਡੇ ਦੇ ਪੱਤਰਕਾਰ ਹੋ, 10 ਸਾਲ ਤੁਸੀਂ ਮੁੱਖ ਮੰਤਰੀ ਤੇ ਜਿਨ੍ਹਾਂ ਦਾ ਮੇਰੇ ਨਾਲ ਵਾਹ ਪੈਂਦਾ ਰਹਿੰਦਾ ਅਕਸਰ ਪਾਰਲੀਮੈਂਟ 'ਚ, ਹਰਸਿਮਰਤ ਕੌਰ ਜੀ, ਉਹਨਾਂ ਨੂੰ ਕਵਰ ਕੀਤਾ। ਤੁਹਾਨੂੰ ਨਹੀਂ ਲੱਗਦਾ ਕਿ ਇਸ ਵਕਤ ਪੰਜਾਬ ਸਰਕਾਰ ਜਿਹੜੀ ਹੈ ਉਹ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਪੇਸ਼ ਕਰ ਰਹੀ ਹੈ? ਉਹਨਾਂ ਨੂੰ ਅਲਾਓ ਹੈ ਸਾਰਾ ਕੁਝ ਕਿ ਤੁਸੀਂ ਜੋ ਮਰਜ਼ੀ ਕਰੋ ਜੀ, ਤੁਸੀਂ ਵਿਰੋਧ ਕਰੋ ਜੀ, ਤਾਂ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ ਜਿਹੜੀ ਕਿ ਮੁੱਖ ਵਿਰੋਧੀ ਧਿਰ ਹੈ, ਤਾਂ ਆ ਪਰਚੇ ਹੁੰਦੇ ਨੇ। 350 FIR ਪਈਆਂ। ਜੇ ਕਿਸਾਨ ਸੰਗਠਨ ਜਿਨ੍ਹਾਂ ਨੂੰ ਅਸੀਂ ਸਪੋਰਟ ਕਰਦੇ ਹਾਂ, ਜੇ ਉਹਨਾਂ ਨੂੰ ਵਿੱਚ ਲੈ ਲਈਏ 1000 ਤੋਂ ਉੱਪਰ ਬਣਦਾ ਜੀ। ਮਤਲਬ ਸਾਡੇ ਤੇ ਪਰਚੇ ਤੇ ਵਿਰੋਧੀਆਂ ਦੇ ਚਰਚੇ, ਇਹ ਨਹੀਂ ਚੱਲੂਗਾ ਜੀ। ਬੱਚੇ ਨੂੰ ਪਤਾ ਹੈ, ਰਲ ਕੇ ਲੜੇ ਸੀ 2017 'ਚ। ਬੱਚੇ ਨੂੰ ਹੁਣ ਵੀ ਪਤਾ ਹੈ ਕਿ ਅਸੀਂ ਕਰਦੇ ਨੇ। ਜੇ ਮੈਂ ਆ ਗਿਆ ਮੈਂ ਤੈਨੂੰ ਕੁਛ ਨਹੀਂ ਕਹੂੰਗਾ, ਜੇ ਤੂੰ ਆ ਗਿਆ ਤੂੰ ਮੈਨੂੰ ਕੁਛ ਨਾ ਕਹੀਂ। ਆਹ ਫਾਰਮੂਲਾ ਹੀ ਸਰਕਾਰ ਚਲਾਉਣ ਦਾ ਲੋਕਾਂ ਸਾਹਮਣੇ ਅਸੀਂ ਰੱਖਣਾ ਚਾਹੁੰਦੇ ਹਾਂ ਤੁਹਾਡੇ ਜ਼ਰੀਏ। ਅਕਾਲੀ ਦਲ 1000 ਦਾ ਇਕੱਠ ਵੀ ਕਰ ਲੇ, 500 ਦਾ ਇਕੱਠ ਵੀ ਕਰ ਲੇ, ਅਕਾਲੀ ਦਲ ਨਾਲ ਕੋਈ ਪ੍ਰੋਬਲਮ। ਅਸੀਂ, ਸਾਡੇ ਬਠਿੰਡਾ ਯੂਨਿਟ ਬੈਠਾ ਸਾਰਾ, ਅਸੀਂ ਲੰਬੀ ਦੇ ਵਿੱਚ ਵਿਰੋਧ ਕਰਨ ਜਾਈਏ ਜਾਂ ਕਿਸਾਨ ਸੰਗਠਨ ਵਿਰੋਧ ਕਰਨ ਜਾਣ ਤਾਂ ਪਰਚੇ। ਸ਼ਾਇਦ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਲੋਕ ਹੁਣ ਜਾਗ ਪਏ। ਆਹ ਪਰਚੇ ਜਿਹੜੇ ਨੇ ਨਾ, ਇਹ ਇਹਨਾਂ ਦੇ ਜਿਵੇਂ ਉਹ ਕਹਿੰਦੇ ਆ ਇੰਗਲਿਸ਼ ਦੇ ਵਿੱਚ, ਇਹ ਆਖਰੀ ਪਿੰਨ ਸਾਬਤ ਹੋਣਗੇ। ਸੋ ਸਖਤ ਵਿਰੋਧ ਕਰਦੇ ਆ। ਇੱਕ ਪਾਸੇ ਕਹਿੰਦੇ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਤੇ ਜੀ ਆਹ ਰੂਲ ਹੈ ਜੀ, ਆਹ ਕਰੋਨਾ ਦਾ ਰੂਲ ਹੈ, ਆਹ ਰੂਲ ਹੈ। ਦੂਜੇ ਪਾਸੇ ਕਹਿੰਦੇ ਜੀ ਨਾ ਵਿਰੋਧੀ ਪਾਰਟੀਆਂ ਨਹੀਂ ਕੁਝ ਕਰ ਸਕਦੀਆਂ। ਹਾਂ, ਅਕਾਲੀ ਦਲ ਕਰ ਸਕਦਾ। ਅਸੀਂ ਕੈਪਟਨ ਲੱਭੋ ਮੁਹਿੰਮ ਸ਼ੁਰੂ ਕੀਤੀ, ਤੁਸੀਂ ਦੱਸੋਗੇ। ਆਮ ਤੌਰ 'ਤੇ ਤੁਸੀਂ ਸਾਨੂੰ ਕੁਐਸਚਨ ਪੁੱਛਦੇ ਹੋ, ਮੈਂ ਤੁਹਾਨੂੰ ਪੁੱਛ ਲਾਂ, ਲੱਭ ਗਿਆ ਨਾ? ਫਿਰ ਤੀਜੇ ਦਿਨ ਹੈਲੀਕਾਪਟਰ ਨੂੰ ਪੁੱਛ ਲਓ ਨਾ, ਜੇ ਤੁਸੀਂ ਜਿਹੜਾ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਹੈਲੀਕਾਪਟਰ ਖਰੀਦਿਆ ਗਿਆ ਹੈ, ਜੇ ਉਹਨੂੰ ਪੁੱਛ ਲਓ ਨਾ, ਉਹ ਵੀ ਸੱਚ ਬੋਲੂਗਾ ਵੀ ਬੜੀ ਦੇਰ ਬਾਅਦ ਪੰਜਾਬ ਦੀ ਹਵਾ 'ਚ ਗਿਆ ਵੀ, ਨਹੀਂ ਤਾਂ ਹਿਮਾਚਲ ਦੀ ਹਵਾ 'ਚ ਤੇ। ਠੀਕ ਹੈ ਜੀ। ਸੋ ਕੈਪਟਨ ਸਾਹਿਬ ਲੱਭ ਗਏ। ਲੱਭੇ ਵੀ ਕਿਵੇਂ ਗਏ?
ਤੇ ਆਏ ਫਿਰ ਉਸੇ ਘਰ 'ਚ ਵੜ ਗਏ। ਗਵਾਂਢ ਹੈ ਇਹਨਾਂ ਦਾ ਸਿਸਮਾਂ ਦੇ ਜਮਾਂ ਗਵਾਂਢ 'ਚ, ਸਾਰਾ ਗੜੀ ਦੇ ਜਮਾਂ ਗਵਾਂਢ ਦੇ ਵਿੱਚ ਸੁਖ ਵਿਲਾਸ ਹੈ, ਦੋਨੇ ਸੱਸੇ ਨਾਲ ਨੇ। ਜੇ ਕਿਸੇ ਪੰਡਤ ਤੋਂ ਕਢਾਉਣਾ ਹੋਵੇ ਨਾ, ਰਾਸ਼ੀ ਇੱਕੋ ਹੀ ਹੈ, ਸਿਸਮਾਂ, ਸਾਰਾ ਗੜੀ ਤੇ ਸੁਖ ਵਿਲਾਸ ਇਕੱਠੇ ਹਿਸਾਬ ਕਿਤਾਬ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਦਾ ਸਿਸਮਾਂ ਦੇ ਵਿੱਚ ਇੱਕ ਪ੍ਰਾਈਵੇਟ ਆਪਦੇ ਫਾਰਮ ਹਾਊਸ 'ਚ ਰਹਿਣ ਦਾ ਕਾਰਨ ਕੀ ਹੈ? ਉਹ ਜਿਹੜਾ ਚੰਡੀਗੜ੍ਹ 'ਚ ਸੀਐਮ ਨੂੰ ਘਰ ਮਿਲਦਾ ਹੈ, ਉਹ 'ਚ ਕਿਉਂ ਨਹੀਂ ਰਹਿੰਦੇ ਉਹ? ਕਾਰਨ ਇਹ ਹੈ ਕਿਉਂਕਿ ਸਿਸਮਾ ਜਿਹੜਾ ਹੈ ਉਹ ਪੰਜਾਬ ਪੁਲਿਸ ਦੀ ਜੂਰੀਡਿਕਸ਼ਨ ਦੇ ਅੰਡਰ ਆਉਂਦਾ ਹੈ। ਉੱਥੇ ਜਿਹੜਾ ਵੀ ਆਊਗਾ ਪੰਜਾਬ ਪੁਲਿਸ ਉਹਨੂੰ ਨੋਟ ਕਰੂਗੀ ਕੌਣ ਆਉਂਦਾ ਹੈ। ਤੇ ਜਿਹੜਾ ਚੰਡੀਗੜ੍ਹ ਆ ਘਰ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਦੇ ਅੰਡਰ ਆਉਂਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਅਮਿਤ ਸ਼ਾਹ ਦੇ ਅੰਡਰ ਆਉਂਦਾ ਹੈ। ਫਿਰ ਕਹਾਂ ਤਹਾਂ ਫਿਰ ਜਿਹੜੇ ਹਿਸਾਬ ਕਿਤਾਬ ਹੋਣੇ ਹੁੰਦੇ ਆ ਉਹ ਨਹੀਂ ਹੋ ਸਕਦੇ ਸਰ। ਮੇਰਾ ਸਿੱਧਾ ਇਲਜ਼ਾਮ ਹੈ ਰੇਤੇ ਦਾ ਪੈਸਾ, ਟਰਾਂਸਪੋਰਟ ਮਾਫੀਆ ਦਾ ਪੈਸਾ, ਸ਼ਰਾਬ ਮਾਫੀਆ ਦਾ ਪੈਸਾ ਕੈਪਟਨ ਅਮਰਿੰਦਰ ਸਿੰਘ ਦੇ ਘਰੇ ਜਾਂਦਾ ਹੈ ਕਿਉਂਕਿ ਉਹ ਘਰ ਪ੍ਰਾਈਵੇਟ ਹੈ। Why he is not staying in his government house? ਦੋ ਸੈਕਟਰ ਦੇ ਵਿੱਚ ਜਿਹੜਾ ਸੀਐਮ ਦਾ ਘਰ ਹੈ ਉਹ 'ਚ ਕਿਉਂ ਨਹੀਂ ਰਹਿ ਰਿਹਾ ਉਹ? He should stay there. ਐਡਰੈਸ ਉਹਦਾ, ਜੇ ਤੁਸੀਂ ਐਡਰੈਸ, ਮੈਨੂੰ ਚਿੱਠੀਆਂ ਆਉਂਦੀਆਂ ਨੇ ਮੁੱਖ ਮੰਤਰੀ ਦੀਆਂ, ਤਾਂ ਉਹਦੇ ਐਡਰੈਸ ਉਹ ਦਿੱਤਾ ਹੁੰਦਾ। ਤੁਸੀਂ ਐਂ ਕਰੋ, ਤੁਸੀਂ ਫੋਨ ਕਰਕੇ ਦੇਖੋ ਐਡਰੈਸ ਹੈਗਾ ਉੱਥੇ। ਮੈਂ ਤੁਹਾਨੂੰ ਮੁੱਖ ਮੰਤਰੀ ਦਾ ਫੋਨ ਦੇ ਦਿੰਦਾ ਹੁਣ ਕਿ ਜੀ ਫੋਨ ਕਰੋ। ਉਹ ਕਹਿਣਗੇ ਜੀ ਲੱਭਦੇ ਆ ਜੀ ਕਿਹੜੇ ਫਾਰਮ ਹਾਊਸ ਤੇ ਆ। ਹਾਊ ਡੇਅਰ ਹੀ ਇਜ਼, ਕਿਹੜੇ ਫਾਰਮ ਹਾਊਸ ਤੇ? ਪੰਜਾਬ ਦਾ ਮੁੱਖ ਮੰਤਰੀ ਹੈ, ਬੜੇ ਵੱਡੇ ਮੈਂਡੇਟ ਨਾਲ ਬਣਾਇਆ ਸੀ, ਬਾਹਰ ਨਿਕਲ ਪਾਈ, ਨਹੀਂ ਨਿਕਲਦਾ, ਨੋ ਪ੍ਰੋਬਲਮ। ਫਿਰ ਲੋਕ ਕਹਿਣਗੇ ਚੱਲ ਫਿਰ ਬੈਠਾ ਰਹਿਤੀ। 2022 ਜ਼ਿਆਦਾ ਦੂਰ ਨਹੀਂ ਹੈਗੀ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਕਾਲੀ ਦਲ ਨੂੰ ਅਸਲ ਦੇ ਵਿੱਚ ਜੇ ਕੋਈ ਹੈਡਲਾਈਨ ਲਿਖਣੀ ਹੈ ਲਿਖ ਲਈ, ਕੈਪਟਨ ਅਮਰਿੰਦਰ ਅਕਾਲੀ ਦਲ ਨੂੰ ਮੁੱਖ ਵਿਰੋਧੀ ਧਿਰ ਬਣਾਉਣਾ ਚਾਹੁੰਦਾ ਹੈ। ਹਾਲਾਂਕਿ ਉਹ ਬਣੇ ਨਹੀਂ, ਪਰ ਕਿਉਂਕਿ ਚਾਚਾ ਭਤੀਜਾ ਨੇ ਤੇ ਪ੍ਰਤਾਪ ਬਾਜਵਾ ਕੀ ਰੋਂਦਾ ਹੈ ਤੇ ਸ਼ਮਸ਼ੇਰ ਸਿੰਘ ਦੂਲੋਂ ਕੀ ਰੋਂਦਾ ਹੈ, ਉਹ ਵੀ ਇਹੀ ਰੋਂਦੇ ਨੇ ਕਿ ਤੁਸੀਂ ਰਲੇ ਹੋਏ ਹੋ ਜੀ, ਤੁਸੀਂ ਕੋਈ ਕਾਰਵਾਈ ਨਹੀਂ ਕਰ ਰਹੇ। ਉਹ ਕਹਿੰਦੇ ਨਾ 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 ਭਗਵੰਤ ਮਾਨ ਨਾ ਜੀ, ਮੇਰੇ ਨਾਲ ਤਾਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ। ਸੁਖਬੀਰ ਬੋਲੇ ਕੁਛ ਵੀ, ਕੈਪਟਨ ਸਾਹਿਬ ਜਵਾਬ ਦਿੰਦੇ ਆ। ਸੁਖਬੀਰ ਕੌਣ ਹੈ? ਉਹੀ ਸੁਖਬੀਰ ਬਾਦਲ, MP ਹੈ ਜੀ, ਮੈਂ ਵੀ MP। ਉਹ ਫਿਰੋਜ਼ਪੁਰ ਤੋਂ, ਮੈਂ ਸੰਗਰੂਰ ਤੋਂ। ਹਰਸਿਮਰਤ ਕੌਣ ਹੈ? ਉਹ ਵੀ MP ਹੈ ਜੀ, ਬਠਿੰਡੇ ਤੋਂ, ਮੈਂ ਸੰਗਰੂਰ ਤੋਂ। ਉਹ ਦੋਨੇ ਬੋਲਣ ਦਾ ਜਵਾਬ ਦਿੰਦੇ ਆ, ਮੇਰੇ ਬੋਲਣ ਦਾ ਜਵਾਬ ਕਿਉਂ ਨਹੀਂ ਦਿੰਦੇ? ਮੈਂ ਸ਼ਰੇਆਮ ਕਹਿੰਦਾ ਵੀ 302 ਦਾ ਪਰਚਾ ਪਹਿਲਾਂ ਕੈਪਟਨ ਅਮਰਿੰਦਰ ਤੇ ਹੋਣਾ ਚਾਹੀਦਾ। ਜਿਹੜੀ ਜ਼ਹਿਰ ਵੰਡੀ ਆ ਮਾਝੇ 'ਚ, ਕੈਪਟਨ ਸਾਹਿਬ ਨੇ ਆਪ ਕਿਹਾ ਵੀ ਇਹ ਮੌਤਾਂ ਨੇ, ਇਹ ਪਲੈਨਡ ਮਰਡਰਸ ਨੇ। ਤੇ ਫਿਰ ਕਿਹਤੇ ਕਰਤਾ ਪਰਚਾ ਜਨਾਬ? ਸਿੱਕੀ ਤੇ ਕਰਤਾ ਪਰਚਾ। ਸਿੱਕੀ ਇਹਨਾਂ ਦਾ MLA ਖਡੂਰ ਸਾਹਿਬ, ਡੈਣੀ ਤੇ ਕਰਚਾ ਪਰ ਡੈਣੀ ਇਹਨਾਂ ਦਾ ਜੰਡਿਆਲਾ ਗੁਰੂ ਤੋਂ MP MLA। ਜਰਮਨਜੀਤ ਦਾ ਨਾਮ ਲੈਂਦੇ ਆ ਲੋਕ, ਉਹ ਸਿੱਕੀ ਦਾ PA ਕਰ ਲਿਆ ਪਰਚਾ ਨਾ। 3 ਕਰਿੰਦਿਆਂ ਤੇ 2 ਠੇਕੇਦਾਰਾਂ ਤੇ ਸਤਿ ਸ੍ਰੀ ਅਕਾਲ। ਸੋ ਆਹੀ ਗੱਲ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਰੋਈ ਜਾਂਦਾ। ਤੇ ਹੁਣ ਤੁਸੀਂ ਮੈਨੂੰ ਸਵਾਲ ਪੁੱਛੋ। ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨਾਲ ਤੁਸੀਂ ਕਿਵੇਂ ਸਹਿਮਤ ਹੋ? ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਆਈ ਹੈ ਜੀ ਹਾਲ ਹੀ ਵਿੱਚ, ਮੈਨੂੰ ਇਹਦੇ ਬਾਰੇ ਜਿਹੜੀ ਉਹਨਾਂ ਨੇ ਪੰਜਾਬ ਸਰਕਾਰ ਨੇ ਕਮੇਟੀ ਬਣਾਈ ਹੈ ਜਿਹੜਾ COVID-19 ਦੇ ਜਿਹੜਾ ਇੰਪੈਕਟ ਹੈ ਉਹਨੂੰ ਅਸੈਸ ਕਰਨ ਵਾਸਤੇ, ਉਹਦੀਆਂ ਰਿਕਮੈਂਡੇਸ਼ਨਸ ਆ ਰਹੀਆਂ ਅਲੱਗ-ਅਲੱਗ, ਜਿੱਦਾਂ ਉਹਨਾਂ ਨੇ ਪਹਿਲਾਂ ਵੀ ਪਾਰਟੀ ਹਾਈ ਕਮਾਂਡ ਦੀ ਨੋਟਿਸ 'ਚ ਨੇ ਕਿ ਜੋ ਪਿਛਲੀ ਵਾਰ ਹੋਇਆ ਉਹ ਇਸ ਵਾਰ ਨਹੀਂ। ਮਤਲਬ ਜਰਨੈਲ ਸਿੰਘ ਜੀ ਨੂੰ ਪਾਰਟੀ ਤੋਂ ਸਸਪੈਂਡ ਕਰ ਦਿਆ? ਨਹੀਂ ਸਸਪੈਂਡ ਕਰ ਦਿੱਤਾ ਨਹੀਂ ਹੈ। ਦੇਖੋ ਕਿਸੇ ਵੀ ਧਰਮ ਦਾ
ਜਰਨੈਲ ਸਿੰਘ, ਮੈਂ ਇਹ ਕਲੀਅਰ ਕਰਨਾ ਚਾਹੁੰਦਾ, ਜਰਨੈਲ ਸਿੰਘ ਪੂਰਵ ਸਾਂਸਦ, ਪੂਰਵ MLA ਰਜੌਰੀਗੜ੍ਹ, ਵੱਡੇ ਜਰਨੈਲ ਸਿੰਘ ਜਿਹਨੂੰ ਕਹਿੰਦੇ ਆ। ਇੱਕ ਜਰਨੈਲ ਸਿੰਘ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਵੀ ਨੇ, ਉਹ ਨਹੀਂ, ਉਹਨਾਂ ਦਾ ਨਾਂ ਨਹੀਂ, ਉਹ ਤਿਲਕ ਨਗਰ ਤੋਂ MLA। ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲਾ, ਚਾਹੇ ਉਹ ਆਪਣੀ ਫੇਸਬੁੱਕ ਪੋਸਟ 'ਤੇ ਲਿਖੇ, ਚਾਹੇ ਵਟਐਵਰ, ਕਿਸੇ ਵੀ ਧਰਮ ਦਾ ਨਿਰਾਦਰ ਕਰਨ ਵਾਲੇ ਬੰਦੇ ਦੀ ਆਮ ਆਦਮੀ ਪਾਰਟੀ 'ਚ ਕੋਈ ਜਗ੍ਹਾ ਨਹੀਂ ਹੈਗੀ। ਉਹਨਾਂ ਨੇ ਮਾਫੀ ਮੰਗ ਲਈ ਨਹੀਂ ਨਹੀਂ ਨਹੀਂ, ਨੋ ਉਹਨਾਂ ਨੇ ਮਾਫੀ ਨੋ, ਉਹ ਮਾਫੀ ਯੋਗ ਹੀ ਨਹੀਂ, ਉਹ ਲਫ਼ਜ਼ ਹੀ ਮਾਫੀ ਯੋਗ ਨਹੀਂ ਹੈਗੇ। ਇਹਦਾ ਨਹੀਂ ਕਰਨਾ, ਅਸੀਂ ਨਹੀਂ। ਮਾਨ ਸਾਹਿਬ, ਬਠਿੰਡਾ 'ਚ ਹੁਣ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾ ਰਹੇ ਆ, ਕੀ ਤੁਹਾਡੀ ਪਾਰਟੀ ਕੈਂਡੀਡੇਟ ਆਪਣੇ? ਸਰ ਇਲੈਕਸ਼ਨ ਕਿਵੇਂ ਕਰਵਾ ਲਓਗੇ ਸਰ? ਇੱਕ ਪਾਸੇ ਤਾਂ 5 ਵਜੇ ਤੋਂ ਬਾਅਦ ਇਕੱਠੇ ਹੋਣ ਨਹੀਂ ਦਿੰਦੇ, ਤਾਂ ਤੁਸੀਂ ਬੂਥ ਕਿਵੇਂ ਲਾ ਲਓਗੇ ਫਿਰ? ਇਲੈਕਸ਼ਨ ਕਿਵੇਂ ਕਰਾਉਣਗੇ? ਆਹੀ ਤਾਂ ਮੈਂ ਤੁਹਾਨੂੰ ਪੁੱਛਦਾ। ਇਹ ਤਾਂ ਤੁਸੀਂ ਦੱਸੋਗੇ ਨਾ। ਨਹੀਂ, ਕਦੋਂ ਕਿਵੇਂ ਕਰਾਉਣਗੇ? 11 ਅਕਤੂਬਰ ਨੂੰ, 11 ਅਕਤੂਬਰ ਕਿਹਾ ਨਾ ਇਹਨਾਂ ਨੇ, ਕਿਵੇਂ ਕਰਾਉਣਗੇ? ਇਹਦੇ ਬਾਰੇ ਤਾਂ ਤੁਸੀਂ ਕੀ ਸਟੈਂਡ? ਨੋ, ਪਹਿਲਾਂ ਕਰੋਨਾ ਤੋਂ ਜ਼ਿਆਦਾ, ਕਰੋਨਾ ਤੋਂ ਤੁਸੀਂ, ਕਰੋਨਾ ਤਾਂ ਡੇ ਬਾਈ ਡੇ ਅਪ ਹੋ ਰਿਹਾ ਤੇ ਤੁਸੀਂ ਇਲੈਕਸ਼ਨਾਂ ਦੀਆਂ ਗੱਲਾਂ ਕਰ ਰਹੇ ਹੋ। ਅਕਾਲੀ ਦਲ ਨੂੰ ਤੁਸੀਂ ਐਜ ਦੇ ਰਹੇ ਹੋ ਕਿ ਤੁਸੀਂ ਆ ਜਾਓ, ਚਲੋ ਜੇ ਮੈਂ ਨਹੀਂ ਆਉਂਗਾ ਹੁਣ ਤਾਂ ਤੁਸੀਂ ਆ ਜਾਓ, ਤੇ ਆਮ ਆਦਮੀ ਪਾਰਟੀ ਨੂੰ ਪਿਛਲੀ ਵਾਰ ਵਾਂਗੂ। ਸੋ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਵਿਰੋਧੀ ਪਾਰਟੀ ਹੈ, ਦੂਜੇ ਨੰਬਰ ਦੀ ਪਾਰਟੀ ਹੈ, ਪਰ ਅਸੀਂ ਕਿਸੇ ਇਲੈਕਸ਼ਨ ਤੋਂ ਭੱਜਦੇ ਨਹੀਂ ਹੈਗੇ। ਪਰ ਕਿਰਪਾ ਕਰਕੇ ਇਲੈਕਸ਼ਨ ਕਰਾਉਣ ਜੋਗਾ ਮਾਹੌਲ ਤਾਂ ਬਣਾਓ ਪਹਿਲਾਂ ਪੰਜਾਬ 'ਚ, ਜਿਵੇਂ ਦਿੱਲੀ 'ਚ ਕਰਤਾ। ਇੱਕ ਮਿੰਟ, ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ। ਪਲਾਜ਼ਮਾ ਦਾ ਆਇਆ ਸੀ ਪੰਜਾਬ 'ਚ, ਕਹਿੰਦੇ ਵੇਚਿਆ ਕਰਾਂਗੇ, ਆਮ ਆਦਮੀ ਪਾਰਟੀ ਨੇ ਵਿਰੋਧ ਕੀਤਾ ਤਾਂ ਕਹਿੰਦੇ ਨਹੀਂ ਵੇਚਿਆ ਕਰਾਂਗੇ। ਮੇਰੇ ਇੱਕ ਦੋਸਤ ਦਾ ਡੈਡੀ ਪਟਿਆਲੇ ਆਇਆ, ਮਾਝੇ ਤੋਂ ਪਟਿਆਲੇ ਆਇਆ, ਪਲਾਜ਼ਮਾ ਚਾਹੀਦਾ ਸੀ ਕਿ ਪਟਿਆਲੇ ਬੈਂਕ ਬਣਾਈ ਸੀ ਪਹਿਲੀ, ਉਹ ਕਹਿੰਦੇ ਸਾਡੇ ਕੋਲ ਤਾਂ ਹੈ ਨਹੀਂ। ਅਸੀਂ ਕਿਹਾ ਵੀ ਹੁਣ ਕਿਵੇਂ ਕਰਾਂਗੇ? ਕਹਿੰਦੇ ਜੀ ਪਲਾਜ਼ਮਾ ਹੀ ਇੱਕੋ ਇੱਕ ਆਪਸ਼ਨ ਹੈ। ਇੱਕ ਪਲਾਜ਼ਮਾ ਨਹੀਂ ਮਿਲਿਆ ਤਾਂ ਉਹਦੀ ਡੈਥ ਹੋ ਗਈ। ਮੈਨੂੰ ਕੈਪਟਨ ਸਾਹਿਬ ਇਹ ਦੱਸ ਦੇਣ ਕਿ ਜਿਹੜਾ ਪਲਾਜ਼ਮਾ ਬੈਂਕ ਉਹਨਾਂ ਨੇ ਖੋਲ੍ਹੇ ਆ ਪਟਿਆਲਾ, ਲੁਧਿਆਣਾ ਤੇ ਫਰੀਦਕੋਟ, ਕਿੰਨਾ ਪਲਾਜ਼ਮਾ ਆ ਗਿਆ ਉਹਨਾਂ 'ਚ? ਅਰਵਿੰਦ ਕੇਜਰੀਵਾਲ ਜੀ ਨੇ ਦੇਤਾ 710 ਬੰਦੇ ਪਲਾਜ਼ਮਾ ਕਰਕੇ ਬਚ ਗਏ। ਉਹ ਮੈਨੂੰ ਦੱਸ ਦੇਣ ਪੰਜਾਬ ਸਰਕਾਰ ਕਿ ਉਹਨਾਂ ਦੇ ਪਲਾਜ਼ਮਾ 'ਚ, ਕਿਉਂਕਿ ਵਿਸ਼ਵਾਸ ਹੀ ਨਹੀਂ ਪੈਦਾ ਹੋ ਸਕਿਆ ਜੀ। ਜੇ ਤੁਸੀਂ ਠੀਕ ਹੋ ਗਏ ਸਰ, ਤੇ ਤੁਸੀਂ ਆਪਣਾ ਪਲਾਜ਼ਮਾ ਦੇ ਦੋਗੇ ਗਵਰਨਮੈਂਟ ਨੂੰ, ਤੇ ਗਵਰਨਮੈਂਟ ਕਹੂਗੀ ਅਸੀਂ 20,000 ਦਾ ਵੇਚਾਂਗੇ, ਫਿਰ ਤੁਸੀਂ ਸਿੱਧਾ ਨਹੀਂ ਵੇਚ ਲਓਗੇ? ਫਿਰ ਤੁਹਾਨੂੰ ਕੀ ਹਰਜ ਹੈ ਫਿਰ ਸਿੱਧਾ ਵੇਚਣ 'ਚ? ਹੋ ਸਕਦਾ ਲੋਕ ਸਿੱਧਾ ਵੇਚਣ ਲੱਗ ਗਏ ਹੋਣ, ਪ੍ਰਾਈਵੇਟ ਹਸਪੀਟਲ ਪਲਾਜ਼ਮਾ ਦਾ ਪਤਾ ਨਹੀਂ ਕਿੰਨੇ ਪੈਸੇ ਲੈਣ ਲੱਗ ਗਏ ਹੋਣ। ਆਹ ਮੈਸੇਜ ਦਿੱਤਾ ਇਹਨਾਂ ਨੇ। ਸੋ ਕੋਈ ਫਾਰਮ ਹਾਊਸ ਤੇ ਬੈਠੇ ਨੇ ਸਰ, ਪਾਕਿਸਤਾਨ ਤੋਂ ਕੁਝ ਮਹਿਮਾਨ ਆਏ ਹੋਏ ਨੇ, ਉਹਨਾਂ ਦਾ ਵੀਜ਼ਾ ਐਕਸਟੈਂਡ ਹੋ ਜਾਂਦਾ। ਤੇ ਹਾਸੇ ਕਿਉਂ ਵੀ? ਇਹਦਾ ਬਸ ਤੁਹਾਨੂੰ ਪਤਾ ਸਾਰਿਆਂ ਨੂੰ ਕੀ ਮਾਨ ਸਾਹਿਬ, ਤੁਸੀਂ ਪਾਕਿਸਤਾਨੀ ਮਹਿਮਾਨਾਂ ਦੀ ਗੱਲ ਕਰੀ ਹੈ। ਹਾਂਜੀ, ਪਰ ਤੁਸੀਂ ਵੀ ਲੋਕ ਸਭਾ ਮੈਂਬਰ ਦੂਜੀ ਵਾਰ ਚੁਣੇ ਗਏ, ਤੁਸੀਂ ਕਿਤੇ ਪੁੱਛਿਆ ਹੈ ਜਦੋਂ ਪਾਕਿਸਤਾਨ ਦੇ ਵਿੱਚ ਮਾੜੀ ਜਿਹੀ ਗੱਲਬਾਤ ਹੋਵੇ ਤਾਂ ਆਪਾਂ ਦੇਸ਼ ਵਿਰੋਧੀ ਕਰਾਰ ਦੇ ਦਿੰਦੇ ਆ? ਤੁਸੀਂ ਲੋਕ ਸਭਾ 'ਚ ਪੁੱਛਿਆ ਕਿਤੇ ਵੀ ਇੱਦਾਂ ਕਰਕੇ ਉਹਨੂੰ ਆਪਣਾ ਵੀਜ਼ਾ ਕਿਵੇਂ ਮਿਲ ਜਾਂਦਾ ਹੈ 6 ਮਹੀਨੇ ਦਾ, ਸਾਲ? ਕਿਹਨੂੰ ਜੀ? ਚਾਚੀ ਨੂੰ। ਚਾਚੀ ਕੌਣ ਜੀ? ਦੇਖੋ ਤੁਸੀਂ, ਦੇਖੋ ਆਪਾਂ ਆਦਰੋ ਚਾਤਰੋ ਦੇ ਸ਼ਹਿਰ 'ਚ ਬੈਠੇ ਆ। ਚਾਚੀ ਰੁੱਸਾ, ਚਾਚੀ ਰੁੱਸਾ, ਤੁਸੀਂ ਨਾਲ ਐਸਕੇ ਚਾਚੀ ਰੁੱਸਾ ਹੈ ਨਾ, ਕੱਲੀ ਰੁੱਸਾ ਨਹੀਂ, ਰਸ਼ੀਆ ਤੋਂ ਵੀ ਆਏ ਹੋਏ ਨੇ ਮਹਿਮਾਨ, ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦੱਸਾਂਗੇ। ਤੁਸੀਂ ਕੋਵਿਡ ਦੀ ਗੱਲ 'ਚ, ਮੈਂ ਹੁਣ ਦਿੱਲੀ ਦੀ ਗੱਲ ਕਰ ਲਾਂ ਇਸ ਤੋਂ ਪਹਿਲਾਂ ਕਿ ਤੁਸੀਂ ਕਾਊਂਟਰ ਨਾ ਕਰੋ ਕਿ ਦਿੱਲੀ 'ਚ 90% ਤੋਂ ਉੱਪਰ ਰਿਕਵਰੀ ਹੋ ਗਈ। ਮੈਂ ਦਿੱਲੀ ਤੋਂ ਆਇਆ, ਹੁਣ ਇਸ ਵਕਤ ਮੈਂ ਦਿੱਲੀ ਤੋਂ ਹੀ ਆਇਆ। ਮੈਂ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਇਆ। ਦਿੱਲੀ 'ਚੋਂ ਡਰ ਖਤਮ ਹੋ ਗਿਆ ਕਰੋਨਾ ਦਾ, ਠੀਕ ਹੈ ਜੀ, ਦਿੱਲੀ ਠੀਕ ਹੋ ਗਈ। ਤੇ ਇੱਥੇ ਹਜੇ ਆਪਾਂ ਪੀਕ ਨੂੰ
ਉੱਪਰ ਜਾ ਰਹੇ ਹਾਂ। 39 ਮੌਤਾਂ ਕੱਲ੍ਹ ਹੋਈਆਂ ਨੇ। ਮੈਂ ਤਰਨਤਾਰਨ ਦੇ ਹਸਪਤਾਲ 'ਚ ਗਿਆ ਸੀ ਜਿੱਥੇ ਜ਼ਹਿਰੀਲੀ ਸ਼ਰਾਬ ਨਾਲ ਡੈਥਾਂ ਹੋਈਆਂ। ਗਰੀਬਾਂ ਨੂੰ 500 ਰੁਪਏ ਦੀ ਬਰਫ਼ ਮੰਗਾਈ ਜਾ ਰਹੀ ਸੀ ਡੈੱਡ ਬੋਡੀਆਂ 'ਤੇ ਰੱਖਣ ਵਾਸਤੇ। ਕੀ ਅਸੀਂ ਅਪਡੇਟ ਕੀਤਾ ਹੈ ਆਪਣੇ ਹਸਪਤਾਲਾਂ? ਮਤਲਬ 4 ਮਹੀਨੇ ਹੋ ਗਏ। ਲੋਕਡਾਊਨ 'ਚ ਤਾਂ ਪਹਿਲੇ ਨੰਬਰ 'ਤੇ ਸੀ, ਪਰ ਹੁਣ ਦੱਸੋ ਨਾ, ਕੋਈ ਧਿਆਨ ਨਹੀਂ। ਕੈਪਟਨ ਸਾਹਿਬ ਖੁਦ ਬਾਹਰ ਨਿਕਲਦੇ ਨਹੀਂ। ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਬਾਹਰ ਕੱਢਣ ਵਾਸਤੇ ਧਰਨੇ ਦੇਣੇ ਪੈਣ ਵਿਰੋਧੀ ਪਾਰਟੀਆਂ ਨੂੰ, ਤੇ ਗ੍ਰਿਫਤਾਰੀਆਂ ਦੇਣੀਆਂ ਪੈਣ, ਇਹ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੋਈ ਨਹੀਂ। ਪੰਜਾਬ ਸਰਕਾਰ ਨੇ ਮੌਂਟੇਕ ਸਿੰਘ ਆਹਲੂਵਾਲੀਆ ਦੀ ਚੇਅਰਮੈਨਸ਼ਿਪ ਦੇ ਵਿੱਚ ਪੈਨਲ ਬਣਾਇਆ ਹੋਇਆ ਸੀਗਾ ਕਿ ਪੋਸਟ ਕੋਵਿਡ-19 ਜਿਹੜਾ ਇੰਪੈਕਟ ਹੋਇਆ ਪੰਜਾਬ ਦੀ ਇਕੋਨੋਮੀ 'ਤੇ, ਉਹਦੇ ਕੀ ਸਟੈਪ ਪੰਜਾਬ ਸਰਕਾਰ ਨੂੰ ਲੈਣੇ ਚਾਹੀਦੇ। ਉਹਦੀ ਰਿਕਮੈਂਡੇਸ਼ਨ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਫ੍ਰੀ ਇਲੈਕਟ੍ਰੀਸਿਟੀ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ, ਉਹ ਬੇਸਿਕਲੀ ਇੰਡਾਇਰੈਕਟਲੀ ਉਹਨਾਂ ਨੇ ਕਿਹਾ ਕਿ ਵੱਡੇ ਕਿਸਾਨਾਂ ਨੂੰ ਸਿਰਫ ਫਾਇਦਾ ਹੋ ਰਿਹਾ ਹੈ। ਤੇ ਕੋਵਿਡ-19 ਦਾ ਫ੍ਰੀ ਇਲੈਕਟ੍ਰੀਸਿਟੀ ਨਾਲ ਕੀ ਸੰਬੰਧ ਹੈ ਜੀ? ਜਿਹੜਾ ਇਲੈਕਟ੍ਰੀਸਿਟੀ 2020 ਅਮੈਂਡਮੈਂਟ ਆ ਰਿਹਾ, ਇਹਦਾ ਮਤਲਬ ਫਿਰ ਪੰਜਾਬ ਸਰਕਾਰ ਉਹਦੀ ਆਲਮੋਸਟ ਸਪੋਰਟ ਕਰ ਰਹੀ ਹੈ। ਇਦੋਂ ਪਹਿਲਾਂ ਖੇਤੀ ਆਰਡੀਨੈਂਸ ਆਏ ਨੇ, ਸਾਰੇ ਦੇਸ਼ ਦੇ ਵਿੱਚ ਤਰਥੱਲੀ ਮੱਚੀ ਹੋਈ ਹੈ। ਕਿਸਾਨ ਯੂਨੀਅਨ ਆ ਕੀ ਸਾਰੇ ਸੰਗਠਨ, ਅਸੀਂ ਵੀ ਨਾਲ ਸਤੰਬਰ 'ਚ ਸ਼ਾਇਦ ਹੋਵੇ ਆਪਣਾ ਪਾਰਲੀਮੈਂਟ ਦਾ ਸੈਸ਼ਨ, ਅਸੀਂ ਵਿਰੋਧ ਕਰਾਂਗੇ। ਪਰ ਹਾਊ ਕਮ ਕਿ ਇਲੈਕਟ੍ਰੀਸਿਟੀ 2020 ਇਹਦਾ ਵੀ ਸਾਥੋਂ ਖੋਲੋ। ਕੀ ਰਹਿ ਗਿਆ? ਸਟੇਟਾਂ ਕੋਲੇ ਰਹਿ ਕੀ ਗਿਆ ਫਿਰ? ਸੰਵਿਧਾਨ ਮੁਤਾਬਕ ਹੈਲਥ, ਐਜੂਕੇਸ਼ਨ ਐਂਡ ਐਗਰੀਕਲਚਰ ਸਟੇਟ ਦਾ ਵਿਸ਼ਾ ਹੈ। ਤਿੰਨੇ ਖੋ ਕੇ ਲੈ ਗਏ ਤੇ ਕੀ ਕਰਾਂਗੇ? ਤੇ ਅਸੀਂ ਵਿਰੋਧ ਕਰਦੇ ਹਾਂ ਜੀ। ਮੌਂਟੇਕ ਸਿੰਘ ਆਹਲੂਵਾਲੀਆ ਨੇ ਜੇ ਕਿਹਾ, ਉਹ ਬਣਾਏ ਤਾਂ ਕੋਵਿਡ ਵਾਸਤੇ ਨੇ, ਪਰ ਰਿਪੋਰਟ ਫ੍ਰੀ ਬਿਜਲੀ ਵਾਸਤੇ ਦੇ ਰਹੇ ਨੇ। ਤੇ ਫਿਰ ਕਰ ਲਓ ਨਾ, ਰਿਵਾਈਵ ਕਰ ਲਓ ਨਾ। ਆ ਜਿਹੜੇ ਪ੍ਰਾਈਵੇਟ ਕੀ ਨੇ ਇਹ ਥਰਮਲ ਪਲਾਂਟ, ਉਹਨਾਂ ਦੇ ਐਗਰੀਮੈਂਟ ਰਿਵਿਊ ਕਰ ਲਓ ਨਾ। ਕਰਕੇ ਪਤਾ ਕਰੋ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਖਰੀਦ ਕੇ ਵੀ ਸਸਤੀ ਦੇ ਰਹੀ ਹੈ, ਇੱਥੇ ਬਣਾ ਕੇ ਵੀ ਮਹਿੰਗੀ ਦੇ ਰਹੇ ਹਾਂ। ਇਟ ਮੀਨਸ ਦਾਲ ਨਹੀਂ ਕਾਲੀ, ਨਹੀਂ ਦਾਲ 'ਚ ਕਾਲਾ ਨਹੀਂ, ਦਾਲ ਹੀ ਕਾਲੀ ਹੈ। ਮਾਨ ਸਾਹਿਬ ਹੁਣ ਥਰਮਲ ਬਠਿੰਡਾ ਦਾ ਤਾਂ ਬੰਦ ਹੋ ਚੁੱਕਿਆ ਜੀ, ਔਰ ਰੋਪੜ ਤੇ ਲਹਿਰੇ ਦੀ ਵੀ ਸਰਕਾਰ ਪਲੈਨਿੰਗ ਕਰ ਰਹੀ ਹੈ, ਉਹ ਵੀ ਬੰਦ ਕਰਨ ਜਾ ਰਹੀ ਹੈ। ਹਾਂਜੀ, ਆਹਲੂਵਾਲੀਆ ਦੀ ਸਿਫਾਰਿਸ਼ ਹੈ, ਉਸੇ ਸਿਫਾਰਿਸ਼ ਹੈ। ਜਿਹੜੀ ਚੀਜ਼ ਦੇ ਮੂਹਰੇ ਸਰਕਾਰੀ ਲੱਗ ਗਿਆ ਨਾ, ਉਹ ਖਤਮ। ਆ ਲਿਖ ਲਓ ਜੀ, ਲਿਖ ਰਹੇ ਹੋ? ਸਰਕਾਰੀ ਸਕੂਲ ਖਤਮ, ਪ੍ਰਾਈਵੇਟ ਸਕੂਲ ਖੁੱਲ੍ਹ ਗਏ। 4 ਮਹੀਨੇ ਹੋ ਗਏ ਲੋਕਡਾਊਨ ਨੂੰ। ਪ੍ਰਾਈਵੇਟ ਸਕੂਲਾਂ ਦੀ ਕਹਿੰਦੇ ਫੀਸ ਭਰੋ ਜੀ, ਸਰਕਾਰੀ ਸਕੂਲ ਖਤਮ। ਜੇ ਸਾਡੇ ਕੋਲੇ ਫੀਸ ਭਰਨੀ ਹੈ ਤਾਂ ਬੱਚਾ ਪੜ੍ਹਾ ਲਓ, ਨਹੀਂ ਅਨਪੜ੍ਹ ਰਹਿ ਲਓ। ਸਰਕਾਰੀ ਹਸਪਤਾਲ ਖਤਮ, ਪ੍ਰਾਈਵੇਟ ਸ਼ੀਸ਼ਿਆਂ ਵਾਲੇ ਬਹੁਤ ਮਹਿੰਗੇ ਵੱਡੇ 5 ਸਟਾਰ, ਜਿਹੜੇ ਕਹਿੰਦੇ ਆ ਜੋ ਤੁਸੀਂ ਆਪਣਾ ਮਰੀਜ਼ ਲੈ ਕੇ ਜਾਂਦੇ ਹੋ, ਕਹਿੰਦੇ ਵੀ ਬਹੁਤ ਟਾਈਮ 'ਤੇ ਲੈ ਆਏ, 5 ਲੱਖ ਰੁਪਏ ਜਮ੍ਹਾਂ ਕਰਾ ਦਿਓ, ਨਹੀਂ ਤਾਂ ਜੇ ਘੰਟਾ ਲੇਟ ਹੋ ਜਾਂਦੇ ਬੜੀ ਮੁਸ਼ਕਿਲ ਹੋ ਜਾਣੀ ਸੀ। ਉਹ ਸ਼ੁਰੂ ਹੋ ਗਈ ਜੀ। ਸਰਕਾਰੀ ਬੱਸਾਂ ਖਤਮ। ਸੜਕ 'ਤੇ ਤੁਹਾਨੂੰ ਕੀ ਦਿਖਦਾ? ਬਾਦਲਾਂ ਦੀਆਂ ਬੱਸਾਂ, ਉਹ ਵੱਡੇ ਸ਼ੀਸ਼ਿਆਂ ਵਾਲੀਆਂ। ਮੈਂ ਸਾਡੇ ਪਿੰਡ ਦੇ ਬੰਦੇ ਨੂੰ ਪੁੱਛਿਆ, ਮੈਂ ਕਿਹਾ ਵੀ ਸਰਕਾਰੀ ਬੱਸ ਤੇ ਪ੍ਰਾਈਵੇਟ ਬੱਸ 'ਚ ਕੀ ਫਰਕ ਹੈ? ਉਹ ਕਹਿੰਦੇ ਇੱਕੋ ਹੀ ਫਰਕ ਹੈ, ਜਿਹੜੀ ਬੱਸ ਦੇ ਸ਼ੀਸ਼ੇ ਆਏ ਹੋਣ ਉਹ ਸਰਕਾਰੀ ਹੁੰਦੀ ਹੈ, ਜਿਹਦੇ ਆਏ ਹੋਣ ਉਹ ਪ੍ਰਾਈਵੇਟ ਹੁੰਦੀ ਹੈ। ਸਰਕਾਰੀ ਸੜਕਾਂ ਖਤਮ ਜਨਾਬ। ਬਠਿੰਡੇ ਤੋਂ ਕਿੱਧਰ ਨੂੰ ਜਾਓਗੇ? ਬਠਿੰਡੇ ਤੋਂ ਜਾਣਾ ਤੁਸੀਂ ਕੋਟਕਪੂਰੇ ਨੂੰ, ਨਾਕਾ ਲੱਗਿਆ ਸਰ। ਬਠਿੰਡੇ ਤੋਂ ਜਾਣਾ ਤੁਸੀਂ ਰਾਮਪੁਰੇ ਫੂਲ ਨੂੰ, ਨਾਕਾ ਲੱਗਿਆ ਸਰ ਪੁੱਛੋ ਕੋਲੇ। ਕਿੱਧਰ ਦੀ ਜਾਓਗੇ? ਸਰਕਾਰੀ ਸੜਕਾਂ ਖਤਮ। ਫਿਰ ਸਾਤੋਂ ਰੋਡ ਟੈਕਸ ਕਾਹਦਾ ਲੈਂਦੇ ਆ ਇਹ? ਜਦੋਂ ਤੁਸੀਂ ਵੀ ਗੱਡੀਆਂ ਲੈਂਦੇ ਹੋ, ਆਪਾਂ ਤੋਂ ਗੱਡੀ ਦਾ 9% 8.5% ਜਾਂ ਗੱਡੀ ਦੀ ਕੀਮਤ ਮੁਤਾਬਕ ਉਹ ਰੋਡ ਟੈਕਸ ਲੈਂਦੇ ਆ। ਤੇ ਫਿਰ ਉਹ ਕਿਹੜੀਆਂ ਸੜਕਾਂ ਦਾ? ਜਦੋਂ ਅਸੀਂ ਸੜਕਾਂ ਹੀ 24 ਘੰਟਿਆਂ ਵਾਸਤੇ ਕਿਰਾਏ 'ਤੇ ਲੈਣੀਆਂ ਨੇ। ਸਰਕਾਰੀ ਸੜਕਾਂ ਖਤਮ ਜਨਾਬ। ਇਕੱਲਾ ਸਰਕਾਰੀ ਮੁੱਖ ਮੰਤਰੀ ਰਹਿ ਗਿਆ, ਇਹ ਵੀ ਨਾ ਕਿਤੇ ਪ੍ਰਾਈਵੇਟ ਕਰ ਦਿਓ।
ਵੀ ਇਹ ਵੀ ਅੰਬਾਨੀਆਂ ਦਾ ਹੋਊ ਕੋਈ, ਅੰਡਾਨੀਆਂ ਦਾ ਹੋਊ ਕੋਈ। ਸੋ ਖਤਮ। ਤੁਸੀਂ ਕਿਹੜੀ ਚੀਜ਼ ਦੀ ਗੱਲ ਕਰਦੇ ਹੋ? ਸਰਕਾਰੀ ਦੀ। ਕੋਈ ਚੀਜ਼ ਸਰਕਾਰੀ ਨਹੀਂ ਰਹੀ। ਤਿਰੰਗਾ ਉਤਾਰਿਆ ਗਿਆ ਤੇ ਖਾਲਿਸਤਾਨ ਦਾ ਝੰਡਾ ਜਿਹੜਾ ਲਾ ਦਿੱਤਾ ਗਿਆ ਪੁਲਿਸ ਦੀ ਮੌਜੂਦਗੀ ਦੇ ਵਿੱਚ, ਕੀ ਕਹਿਣਾ ਚਾਹੁੰਦੇ? ਦੇਖੋ, ਆਮ ਆਦਮੀ ਐਸਐਸਪੀ ਕਹਿ ਰਹੇ ਮਾਮੂਲੀ ਗੱਲ ਹੈ। ਸਾਡਾ ਆਮ ਆਦਮੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ। ਸਾਡੇ ਮੁੱਦੇ ਬੇਰੁਜ਼ਗਾਰੀ, ਮਹਿੰਗਾਈ, ਗਰੀਬੀ, ਸਾਡੇ ਤਾਂ ਧੀਆਂ ਪੁੱਤ ਆਈਲੈਟਸ ਕਰਕੇ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੇ ਆ। ਸਾਡੇ ਤਾਂ ਮਾਂ ਪਿਓ ਵੀ ਕਹਿਣ ਲੱਗੇ ਪੁੱਤ ਸਾਡੇ 6 ਬੈਂਡ 7 ਬੈਂਡ ਲੈ ਜਾ ਭਾਜਾ, ਉਦੋਂ ਬਾਅਦ ਤੂੰ ਸਾਨੂੰ ਬੁਲਾ ਲਈ। ਤੋ ਸਾਡਾ ਤਾਂ ਇਸ ਧਰਤੀ ਨੂੰ ਅਸੀਂ ਤਾਂ ਛੱਡੀ ਜਾ ਰਹੇ ਹਾਂ। ਆਹ ਮੁੱਦੇ ਤਾਂ ਹੈ ਹੀ ਨਹੀਂ ਜਿਹੜੇ ਤੁਸੀਂ ਕਹੀ ਜਾਂਦੇ। ਇਹ ਤਾਂ ਸਿਰਫ ਤੇ ਸਿਰਫ ਰਾਜਨੀਤੀ ਵਾਸਤੇ ਕਰ ਰਹੇ। 3 ਸਾਲਾਂ ਬਾਅਦ ਸਮਾਰਟਫੋਨ ਵੰਡੇਗੇ ਕੈਪਟਨ ਸਰਕਾਰ ਵੱਲੋਂ। ਹੈ ਜੀ, 3.5 ਸਾਲਾਂ ਬਾਅਦ ਸਮਾਰਟਫੋਨ ਵੰਡੇਗੇ ਕੈਪਟਨ ਸਰਕਾਰ ਵੱਲੋਂ। ਚੋਣਾਂ 'ਚ ਕਿਹਾ ਸੀ ਨੌਜਵਾਨਾਂ ਨੂੰ ਦੇਵਾਂਗੇ, ਤੇ ਜਿਨ੍ਹਾਂ ਨੂੰ ਵਾਅਦਾ ਕੀਤਾ ਸੀ ਉਹ ਤਾਂ BA ਕਰਕੇ ਵਿਹਲੇ ਵੀ ਹੋ ਗਏ। ਤਾਂ 3.5 ਸਾਲ ਪਹਿਲਾਂ ਕੀਤਾ ਸੀ ਨਾ। ਸਹੀ ਹੈ। ਤੇ ਉਦੋਂ ਉਹ 12ਵੀਂ 'ਚ ਹੋਣਗੇ ਜਦੋਂ ਵਾਅਦਾ ਕੀਤਾ ਸੀ। ਤੇ ਹੁਣ ਉਹ ਤਾਂ ਵਿਚਾਰੇ ਨਾਰੇ ਨੂਰੇ ਲਾ ਕੇ ਵੀ ਟੈਂਕੇ ਟੂੰਕੇ ਤੇ ਵੀ ਚੜ੍ਹ ਹਟੇ ਹੋਣਗੇ। ਤੇ ਹੁਣ ਜਿਹੜੇ ਜਿਨ੍ਹਾਂ ਨੂੰ ਦੇ ਰਹੇ ਆ ਫੋਨ ਉਹ 9ਵੀਂ ਕਲਾਸ ਵਾਲੇ ਨੇ, ਉਦੋਂ 9ਵੀਂ 'ਚ ਹੋਣਗੇ, ਉਹਨਾਂ ਦੀ ਹਜੇ ਵੋਟ ਨਹੀਂ ਬਣੀ। ਇਹ ਤਾਂ 2022 'ਚ ਹੀ ਪਤਾ ਲੱਗੂ। ਤੁਸੀਂ ਨਾ ਪਾਰਟੀ ਦਾ ਢਾਂਚਾ ਆਪਣਾ ਡਿਜ਼ਾਈਨ ਕਰਨਾ। ਹਾਂਜੀ 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 ਨਇਆ ਤੁਸੀਂ ਸਟਰਕਚਰ ਤਿਆਰ ਹਾਂਜੀ, ਕਰਨਾ ਪਾਰਟੀ ਦਾ। ਹਾਂਜੀ, ਇਹਦੇ ਵਿੱਚ ਹਾਂਜੀ, ਨਵੇਂ ਜਿਹੜੇ ਜਿਹੜੇ ਨਾਰਾਜ਼ ਪਾਰਟੀ ਤੋਂ ਚੱਲ ਰਹੇ ਸੀ ਉਹਨਾਂ ਦੇ ਨਾਲ ਵੀ ਕੋਈ ਰਾਬਤਾ ਹੋ ਰਿਹਾ ਕਿਸੇ ਤਰੀਕੇ ਨਾਲ? ਬਿਲਕੁਲ ਬਿਲਕੁਲ। ਜਿਹੜੇ ਨਵੇਂ ਚਿਹਰੇ ਜੁਆਇਨ ਕੀਤੇ ਨੇ, ਜਿਹੜੇ ਪੁਰਾਣੇ ਸਾਡੇ ਕੁਝ ਜਿਵੇਂ ਤੁਸੀਂ ਕਿ ਉਹਨਾਂ ਨੂੰ ਜ਼ਿੰਮੇਵਾਰੀ ਉਹ ਸਮਝਦੇ ਸੀ ਕਿ ਸਾਨੂੰ ਹੋਰ ਵੱਡੀ ਜ਼ਿੰਮੇਵਾਰੀ ਮਿਲਣੀ ਚਾਹੀਦੀ, ਉਹ ਮਿਲਣਗੀਆਂ। ਜ਼ਿੰਮੇਵਾਰੀਆਂ ਵਧਣਗੀਆਂ ਵੀ, ਜ਼ਿੰਮੇਵਾਰੀਆਂ ਬਦਲੀਆਂ ਵੀ ਜਾਣਗੀਆਂ, ਪਰ ਘਟਾਈਆਂ ਨਹੀਂ ਜਾਣਗੀਆਂ। ਜਿਹੜੇ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸੀਗੇ ਹਾਂ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂ। ਮੈਂ ਤਾਂ ਬਲਕਿ ਪੌਣੇ 3 ਕਰੋੜ ਪੰਜਾਬੀਆਂ ਨੂੰ ਅਪੀਲ ਕਰਦਾ ਤੁਹਾਡੇ ਇਹਨਾਂ ਮਾਈਕਾਂ ਰਾਹੀਂ ਕਿ ਜਿਹਨੇ ਜੁਆਇਨ ਕਰਨਾ ਆਓ ਬਈ। ਉਦੋਂ ਬਾਅਦ ਹੋਰ ਰਹਿ ਕੇ ਗਿਆ। ਹੁਣ ਕਿੰਨੀ ਕੁ ਕੁੱਟ ਖਾਣੀ ਹੈ? ਪਹਿਲਾਂ ਬਠਿੰਡੇ ਖਾਂਦੇ ਸੀ, ਹੁਣ ਪਟਿਆਲੇ ਖਾਈ ਜਾਂਦੇ ਆ। ਮਾਨ ਸਾਹਿਬ, ਇੱਕ ਤੁਸੀਂ 2017 ਦੀ ਗੱਲ ਕੀਤੀ ਹੈ ਕਿ ਰਲ ਮਿਲ ਕੇ ਇਹਨਾਂ ਨੇ ਖੇਡ ਖੇਡੀ। 2022 ਦੇ ਵਿੱਚ ਵੀ ਤੁਸੀਂ ਨਕਸ਼ਾ ਯਾਦ ਕੀਤਾ ਕਿ ਰਲ ਮਿਲ ਕੇ ਖੇਡਣਗੇ, ਪਰ ਇੱਕ 2017 ਦਾ ਪਾਰਟੀ ਦਾ ਹਾਰ ਦਾ ਹੋਰ ਮੁੱਖ ਕਾਰਨ ਸੀਗਾ ਕਿ ਕ੍ਰੈਡੀਬਲ ਫੇਸ ਹੈ ਨਹੀਂ ਸੀ, ਕ੍ਰੈਡੀਬਲ ਫੇਸ ਹੈ ਨਹੀਂ ਸੀ। ਬਠਿੰਡਾ ਤੋਂ ਤਾਜ਼ੇ ਖਬਰ ਲਈ ਆਲੀਆ ਵਰਮਾ ਦੇ ਨਾਲ ਰਾਕੇਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਵਧੇਰੇ ਜਾਣਕਾਰੀ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਤਾਜ਼ੇ ਖਬਰ ਤੁਰੰਤ ਸਬਸਕ੍ਰਾਈਬ ਕਰੋ।